ਰੋਮੀਆਂ ਨੂੰ ਪੌਲੁਸ ਦੀ ਪੱਤਰੀ ਪਹਿਲੀ ਵੀਡੀਓ ਵੇਖੋ ਜਿੱਥੇ ਅਸੀਂ ਇਹ ਪੜਚੋਲ ਕੀਤੀ ਕਿ ਪੌਲੁਸ ਕੌਣ ਸੀ ਅਤੇ ਉਸਨੇ ਇਹ ਪੱਤਰੀ ਕਿਉਂ ਲਿਖੀ ਅਤੇ ਜਿੱਥੇ ਅਸੀਂ ਅਧਿਆਏ 1 ਤੋਂ 4 ਦੇ ਮੁੱਖ ਵਿਚਾਰਾਂ ਨੂੰ ਲੱਭਦੇ ਹਾਂ ਕਿ ਸਾਰੀ ਮਨੁੱਖਤਾ ਆਸ ਰਹਿਤ ਤੌਰ ਤੇ ਪਾਪ ਵਿੱਚ ਫਸੀ ਹੋਈ ਹੈ ਅਤੇ ਇਸ ਨੂੰ ਬਚਾਉਣ ਦੀ ਜ਼ਰੂਰਤ ਹੈ ਅਤੇ ਇਹ ਬਚਾਅ ਲੋਕਾਂ ਦੁਆਰਾ ਤੁਰੇਤ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਕੇ ਨਹੀਂ ਹੋਣ ਜਾ ਰਿਹਾ ਹੈ। ਇਸ ਦੀ ਬਜਾਏ ਪਰਮੇਸ਼ਵਰ ਦੇ ਧਰਮੀ ਚਰਿੱਤਰ ਨੇ ਉਸ ਨੂੰ ਯਿਸੂ ਦੀ ਮੌਤ ਅਤੇ ਜੀ ਉੱਠਣ ਦੁਆਰਾ ਦੁਨੀਆ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਅਬਰਾਹਮ ਦੇ ਉਸ ਬਹੁਜਾਤੀ ਪਰਿਵਾਰ ਨੂੰ ਨੇਚਾ ਦੇ ਆਧਾਰ ਤੇ ਆਪਣੀ ਨਿੱਜ ਪਰਜਾ ਬਣਾ ਸਕੇ। ਹੁਣ ਰੋਮੀਆਂ ਨੂੰ ਲਿਖੀ ਪੱਤਰੀ ਦੀਆਂ ਬਾਕੀ 3 ਭਾਗਾਂ ਵਿੱਚ ਪੌਲੁਸ ਇਹਨਾਂ ਵਿਚਾਰਾਂ ਨੂੰ ਹੋਰ ਵੀ ਵਿਕਸਿਤ ਕਰਨ ਜਾ ਰਿਹਾ ਹੈ। ਇਸ ਲਈ ਪੌਲੁਸ ਦੁਆਰਾ ਨੇਚਾ ਰਾਹੀਂ ਧਰਮੀ ਠਹਿਰਾਏ ਜਾਣ ਦੀ ਖੋਜ ਨੂੰ ਯਾਦ ਰੱਖੋ। ਜਦੋਂ ਲੋਕ ਵਿਸ਼ਵਾਸ ਕਰਦੇ ਹਨ ਕਿ ਯਿਸੂ ਦੀ ਮੌਤ ਅਤੇ ਜੀ ਉੱਠਣਾ ਉਹਨਾਂ ਲਈ ਸੀ, ਉਹਨਾਂ ਨੂੰ ਨਵੀਂ ਪਹਿਚਾਣ ਦਿੱਤੀ ਗਈ। ਉਹ ਪਰਮੇਸ਼ਵਰ ਨਾਲ ਸਹੀ ਹੁੰਦੇ ਹਨ। ਉਹਨਾਂ ਨੂੰ ਇੱਕ ਨਵੇਂ ਪਰਿਵਾਰ ਅਬਰਾਹਮ ਦੇ ਨੇਮ ਦੇ ਲੋਕਾਂ ਵਿੱਚ ਰੱਖਿਆ ਜਾਂਦਾ ਹੈ ਅਤੇ ਉਹਨਾਂ ਨੂੰ ਨਵਾਂ ਭਵਿੱਖ ਦਿੱਤਾ ਜਾਂਦਾ ਹੈ, ਇੱਕ ਬਦਲਾਵ ਦੇ ਜੀਵਨ ਦੀ ਆਸ। ਹੁਣ ਪੌਲੁਸ ਇਹ ਦਰਸਾਉਣਾ ਚਾਹੁੰਦਾ ਹੈ ਕਿ ਕਿਵੇਂ ਇਹ ਹਕੀਕਤ ਨੂੰ ਸਾਡੀ ਹੋਂਦ ਦੇ ਹਰ ਹਿੱਸੇ ਨੂੰ ਮੁੜ ਨਵਾਂ ਰੂਪ ਦੇਵੇਗੀ, ਕਿਉਂਕਿ ਇਸ ਪਰਿਵਾਰ ਵਿੱਚ ਹੋਣ ਦਾ ਅਰਥ ਨਵੀਂ ਮਨੁੱਖਤਾ ਦਾ ਇੱਕ ਹਿੱਸਾ ਬਣਨਾ ਹੈ ਜਿਸ ਦੀ ਰਚਨਾ ਪਰਮੇਸ਼ਵਰ, ਯਿਸੂ ਅਤੇ ਪਵਿੱਤਰ ਆਤਮਾ ਦੁਆਰਾ ਕਰ ਰਿਹਾ ਹੈ। ਇਸ ਲਈ ਪੌਲੁਸ ਬਾਈਬਲ ਦੀ ਕਹਾਣੀ ਦੇ ਪਹਿਲੇ ਮਨੁੱਖੀ ਚਰਿੱਤਰ ਆਦਮ ਵੱਲ ਜਾਂਦਾ ਹੈ। ਉਸ ਦੇ ਨਾਮ ਦਾ ਅਰਥ ਮਨੁੱਖਤਾ ਹੈ ਅਤੇ ਆਦਮ ਦੀ ਤਰ੍ਹਾਂ ਉਸ ਦੇ ਬਾਅਦ ਸਾਰੀ ਮਨੁੱਖਤਾ ਨੇ ਪਾਪ ਅਤੇ ਸਵਾਰਥ ਨੂੰ ਚੁਣਿਆ ਹੈ ਅਤੇ ਇਸ ਲਈ ਹਰ ਕੋਈ ਪਰਮੇਸ਼ਵਰ ਦੇ ਨਿਆਂ ਦਾ ਸਾਹਮਣਾ ਕਰਦਾ ਹੈ ਕਿਉਂਕਿ ਅਸੀਂ ਪਾਪ ਦੇ ਪ੍ਰਭਾਵ ਦੇ ਗੁਲਾਮ ਬਣ ਜਾਂਦੇ ਹਾਂ। ਇਸ ਦੇ ਨਤੀਜੇ ਵਜੋਂ ਮੌਤ ਹੁੰਦੀ ਹੈ। ਪਰ ਫਿਰ ਪੌਲੁਸ ਨੇ ਆਦਮ ਦੀ ਤੁਲਨਾ ਯਿਸੂ ਨਾਲ ਕੀਤੀ ਜੋ ਉਹ ਕਹਿੰਦਾ ਹੈ ਕਿ ਨਵਾਂ ਆਦਮ ਇੱਕ ਅਜਿਹਾ ਮਨੁੱਖ ਜਿਸ ਨੇ ਪਰਮੇਸ਼ਵਰ ਪ੍ਰਤੀ ਵਫਾਦਾਰ ਰਹਿ ਕੇ ਜੀਵਨ ਬਤੀਤ ਕੀਤਾ ਅਤੇ ਅਜਿਹਾ ਉਸ ਦੇ ਪਿਆਰ ਦੀ ਕੁਰਬਾਨੀ ਦੇ ਜ਼ਰੀਏ ਪ੍ਰਗਟ ਕੀਤਾ ਗਿਆ ਹੈ। ਅਤੇ ਹੁਣ ਯਿਸੂ ਦੂਸਰਿਆਂ ਨੂੰ ਆਪਣੀ ਜ਼ਿੰਦਗੀ ਇੱਕ ਤੋਹਫੇ ਵਜੋਂ ਪੇਸ਼ ਕਰਦਾ ਹੈ ਤਾਂ ਜੋ ਉਹ ਪਰਮੇਸ਼ਵਰ ਦੇ ਅੱਗੇ ਧਰਮੀ ਠਹਿਰਾਏ ਜਾ ਸਕਣ ਅਤੇ ਇਸ ਲਈ ਯਿਸੂ ਇੱਕ ਨਵੀਂ ਮਨੁੱਖਤਾ ਦੇ ਮੁਖੀ ਵਜੋਂ ਖੜਾ ਹੈ ਜੋ ਇਸ ਤੋਹਫੇ ਦੁਆਰਾ ਬਦਲ ਰਹੀ ਹੈ। ਇਹ ਸਾਨੂੰ ਅਧਿਆਇ 6 ਵੱਲ ਲੈ ਜਾਂਦਾ ਹੈ। ਪੌਲੁਸ ਰੋਮ ਦੇ ਇਹਨਾਂ ਮਸੀਹਾਂ ਨੂੰ ਯਾਦ ਦਿਵਾਉਂਦਾ ਹੈ ਕਿ ਯਿਸੂ ਦੇ ਮਗਰ ਚੱਲਣ ਦਾ ਅਰਥ ਉਹਨਾਂ ਦੀ ਪੁਰਾਣੀ ਆਦਮ ਵਰਗੀ ਮਨੁੱਖਤਾ ਨੂੰ ਛੱਡਣਾ ਅਤੇ ਯਿਸੂ ਵਾਂਗ ਨਵੀਂ ਮਨੁੱਖਤਾ ਵਿੱਚ ਦਾਖਲ ਹੋਣਾ ਅਤੇ ਉਹਨਾਂ ਦਾ ਬਪਤਿਸਮਾ ਇਸ ਬਦਲਾਵ ਦੇ ਜੀਵਨ ਦਾ ਪਵਿੱਤਰ ਪ੍ਰਤੀਕ ਸੀ। ਉਹਨਾਂ ਦੀ ਪੁਰਾਣੀ ਇਨਸਾਨੀਅਤ ਯਿਸੂ ਨਾਲ ਮਰ ਗਈ ਅਤੇ ਉਹਨਾਂ ਦੀ ਨਵੀਂ ਮਨੁੱਖਤਾ ਉਸ ਨਾਲ ਮੁਰਦਿਆਂ ਵਿੱਚੋਂ ਜੀ ਉੱਠੀ। ਇਸ ਲਈ ਜਦੋਂ ਕੋਈ ਵਿਅਕਤੀ ਯਿਸੂ ਵਿੱਚ ਭਰੋਸਾ ਕਰਦਾ ਹੈ ਤਾਂ ਉਸ ਦੀ ਜ਼ਿੰਦਗੀ ਉਸ ਦੇ ਨਾਲ ਜੁੜ ਜਾਂਦੀ ਹੈ। ਜੋ ਉਸ ਦਾ ਸੱਚ ਹੈ ਉਹ ਹੁਣ ਉਹਨਾਂ ਲਈ ਸੱਚ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲੋਕ ਯਿਸੂ ਵਰਗੇ ਮਨੁੱਖਾਂ ਵਜੋਂ ਆਪਣੀ ਪਛਾਣ ਨੂੰ ਸਵੀਕਾਰ ਕਰਦੇ ਹਨ ਕਿ ਉਹ ਪੂਰੇ ਦਿਲ ਨਾਲ ਇਨਸਾਨ ਬਣ ਜਾਂਦੇ ਹਨ ਜੋ ਸੱਚਮੁੱਚ ਪਰਮੇਸ਼ਵਰ ਅਤੇ ਆਪਣੇ ਗਵਾਂਢੀ ਨੂੰ ਪਿਆਰ ਕਰ ਸਕਦੇ ਹਨ। ਹੁਣ ਜੇ ਇਸ ਨਵੀਂ ਮਨੁੱਖਤਾ ਨੂੰ ਬਣਾਉਣਾ ਹਮੇਸ਼ਾ ਪਰਮੇਸ਼ਵਰ ਦਾ ਉਦੇਸ਼ ਸੀ ਤਾਂ ਪੌਲੁਸ 7ਵੇਂ ਅਧਿਆਏ ਵਿੱਚ ਪੁੱਛਦਾ ਹੈ ਤਾਂ ਪਰਮੇਸ਼ਵਰ ਦਾ ਇਸਰਾਏਲ ਨੂੰ ਭਵਿਸ਼ਤਾ ਜਾਂ ਇਬਰਾਨੀ ਭਾਸ਼ਾ ਵਿੱਚ ਤੁਰੇਤ ਦੇਣ ਦਾ ਕੀ ਮਤਲਬ ਸੀ? ਟਿੱਪਣੀ: ਜਦੋਂ ਪੌਲੁਸ ਇਸ ਸ਼ਬਦ ਵਿਵਸਥਾ ਦੀ ਵਰਤੋਂ ਕਰਦਾ ਹੈ ਤਾਂ ਉਸ ਦਾ ਅਰਥ ਕਈ ਵਾਰ ਬਾਈਬਲ ਦੀਆਂ ਪਹਿਲੀਆਂ 5 ਕਿਤਾਬਾਂ ਦੀ ਕਹਾਣੀ ਅਤੇ ਸੰਦੇਸ਼ ਹੈ, ਪਰੰਤੂ ਹੋਰਨਾਂ ਸਥਾਨਾਂ ਤੇ ਉਹ ਖਾਸ ਤੌਰ ਤੇ ਮੂਸਾ ਦੁਆਰਾ ਦਿੱਤੇ ਸੈਂਕੜੇ ਆਦੇਸ਼ਾਂ ਦਾ ਜ਼ਿਕਰ ਕਰਦਾ ਹੈ ਜੋ ਤੁਰੇਤ ਵਿੱਚ ਦਰਜ ਹਨ। ਇਹ ਦੂਜਾ ਅਰਥ ਇੱਥੇ ਪੌਲੁਸ ਦਾ ਧਿਆਨ ਹੈ। ਉਹਨਾਂ ਸਾਰੇ ਹੁਕਮਾਂ ਦਾ ਕੀ ਉਦੇਸ਼ ਸੀ? ਪੌਲੁਸ ਆਖਦਾ ਹੈ ਕਿ ਤੁਰੇਤ ਦੇ ਆਦੇਸ਼ ਚੰਗੇ ਸਨ। ਉਹਨਾਂ ਨੇ ਪਰਮੇਸ਼ਵਰ ਦੀ ਇੱਛਾ ਨੂੰ ਦਿਖਾਇਆ ਕਿ ਇਸਰਾਏਲ ਨੂੰ ਕਿਵੇਂ ਜੀਵਨ ਜਿਉਣਾ ਚਾਹੀਦਾ ਸੀ। ਪਰ ਜੇ ਤੁਸੀਂ ਤੁਰੇਤ ਦੀ ਕਹਾਣੀ ਨੂੰ ਪੜ੍ਹਦੇ ਹੋ ਤਾਂ ਇਸਰਾਏਲ ਨੇ ਉਹਨਾਂ ਸਾਰੇ ਹੁਕਮਾਂ ਨੂੰ ਤੋੜਿਆ। ਇਸਰਾਏਲ ਨੂੰ ਜਿੰਨੇ ਜ਼ਿਆਦਾ ਆਦੇਸ਼ ਮਿਲੇ ਓਨਾ ਹੀ ਉਹਨਾਂ ਨੇ ਆਦਮ ਦੇ ਪਾਪ ਨੂੰ ਦੁਹਰਾਇਆ ਅਤੇ ਬਗਾਵਤ ਕੀਤੀ। ਇੱਥੋਂ ਤੱਕ ਕਿ ਜਦੋਂ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਪਾਲਣ ਕਰਨ ਲਈ ਕੁਝ ਖਾਸ ਨੈਤਿਕ ਨਿਯਮ ਦਿੱਤੇ, ਪਰ ਇਸ ਨਾਲ ਵੀ ਮਨੁੱਖ ਦੇ ਪਾਪੀ ਸੁਭਾਅ ਦੀ ਸਮੱਸਿਆ ਠੀਕ ਨਹੀਂ ਹੋਈ ਅਤੇ ਇਸ ਪ੍ਰਕਾਰ ਵਿਰੋਧਾਭਾਸੀ ਤਰੀਕੇ ਨਾਲ ਇਹਨਾਂ ਹੁਕਮਾਂ ਨੇ ਇਸਰਾਏਲ ਨੂੰ ਹੋਰ ਵੀ ਦੋਸ਼ੀ ਬਣਾ ਦਿੱਤਾ। ਪਰ ਪੌਲੁਸ ਆਖਦਾ ਹੈ ਇਹ ਵਿਰੋਧਾਭਾਸ ਇੱਕ ਮੁੱਖ ਬਿੰਦੂ ਹੈ। ਪਰਮੇਸ਼ਵਰ ਦਾ ਟੀਚਾ ਇਸ ਨੂੰ ਬਿਲਕੁਲ ਸਪਸ਼ਟ ਕਰਨਾ ਸੀ ਕਿ ਇਹ ਬੁਰਾਈ ਹੈ ਜਿਸ ਨੇ ਮਨੁੱਖੀ ਦਿਲ ਤੇ ਕਬਜ਼ਾ ਕਰ ਲਿਆ ਅਤੇ ਇਹ ਕਿ ਤੁਰੇਤ ਭਲਾ ਹੋਣ ਦੇ ਬਾਵਜੂਦ ਵੀ ਇਸ ਬਾਰੇ ਕੁਝ ਨਹੀਂ ਕਰ ਸਕਿਆ। ਪਰ ਪੌਲੁਸ 8ਵੇਂ ਅਧਿਆਏ ਵਿੱਚ ਆਖਦਾ ਹੈ ਕਿ ਇਸ ਦਾ ਹੱਲ ਯਿਸੂ ਅਤੇ ਪਵਿੱਤਰ ਆਤਮਾ ਵਿੱਚ ਆ ਗਿਆ ਹੈ ਅਤੇ ਇਹ ਇਸ ਤਰ੍ਹਾਂ ਹੈ। ਤੁਰੇਤ ਦੇ ਆਦੇਸ਼ਾਂ ਨੇ ਇੱਕ ਸੂਖਮਦਰਸ਼ੀ ਸ਼ੀਸ਼ੇ ਵਾਂਗ ਕੰਮ ਕੀਤਾ। ਇਸ ਨੇ ਮਾਨਵ ਜਾਤੀ ਦੀ ਸਮੱਸਿਆ ਨੂੰ ਇੱਕ ਜਗ੍ਹਾ ਇਸਰਾਏਲ ਦੇ ਲੋਕਾਂ ਵੱਲ ਕੇਂਦਰਿਤ ਕੀਤਾ। ਪਰ ਹੁਣ ਇਸਰਾਏਲ ਦੇ ਨੁਮਾਇੰਦੇ ਯਿਸੂ ਮਸੀਹ ਨੇ ਆਪਣੀ ਮੌਤ ਅਤੇ ਜੀ ਉੱਠਣ ਦੁਆਰਾ ਉਸ ਸਾਰੇ ਪਾਪ ਦਾ ਭੁਗਤਾਨ ਕਰਕੇ ਇਸ ਦਾ ਨਿਬੇੜਾ ਕੀਤਾ ਹੈ ਅਤੇ ਹੁਣ ਯਿਸੂ ਨੇ ਉਹਨਾਂ ਦੇ ਦਿਲਾਂ ਵਿੱਚ ਤਬਦੀਲੀ ਲਿਆਉਣ ਲਈ ਆਪਣੀ ਆਤਮਾ ਨੂੰ ਆਪਣੇ ਨਵੇਂ ਪਰਿਵਾਰ ਵਿੱਚ ਭੇਜਿਆ ਤਾਂ ਜੋ ਉਹ ਪਰਮੇਸ਼ਵਰ ਅਤੇ ਗੁਆਂਢੀ ਨੂੰ ਪਿਆਰ ਕਰਨ ਨਾਲ ਤੁਰੇਤ ਦੇ ਸਾਰੇ ਹੁਕਮਾਂ ਨੂੰ ਸੱਚਮੁੱਚ ਪੂਰਾ ਕਰ ਸਕਣ। ਅਤੇ ਹੋਰ ਵੀ ਬਹੁਤ ਕੁਝ ਹੈ। ਮਨੁੱਖ ਜਾਤੀ ਦਾ ਨਵੀਨੀਕਰਨ ਪਰਮੇਸ਼ਵਰ ਦੇ ਸਾਰੇ ਰਚਨਾ ਨੂੰ ਬਚਾਉਣ
ਅਤੇ ਇਸ ਦੇ ਨਵੀਨੀਕਰਨ ਦਾ ਪਹਿਲਾ ਕਦਮ ਹੈ, ਜਿਸ ਵਿੱਚ ਉਹ ਇਸ ਨੂੰ ਇੱਕ ਅਜਿਹਾ ਸਥਾਨ ਬਣਾਉਂਦਾ ਹੈ ਜਿੱਥੇ ਉਸ ਦਾ ਪਿਆਰ ਚਰਮ ਸੀਮਾ ਤੇ ਪਹੁੰਚਦਾ ਹੈ। ਹੁਣ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਅਧਿਆਇ 1 ਤੋਂ 8 ਤੱਕ ਵਿਚਾਰਾਂ ਦਾ ਇੱਕ ਲੰਮਾ ਵਹਾਅ ਹੈ, ਪਰ ਇਹ ਕੁਝ ਹੋਰ ਸਵਾਲਾਂ ਨੂੰ ਖੜੇ ਕਰਦਾ ਹੈ। ਜੇ ਪਰਮੇਸ਼ਵਰ ਦਾ ਉਦੇਸ਼ ਇਹੀ ਸੀ, ਤਾਂ ਪੌਲੁਸ ਦੇ ਸਾਥੀ ਇਸਰਾਏਲੀਆਂ ਦੀ ਮੌਜੂਦਾ ਸਥਿਤੀ ਕੀ ਹੈ ਜੋ ਯਿਸੂ ਨੂੰ ਮਸੀਹਾ ਨਹੀਂ ਮੰਨਦੇ? ਇਹ ਕਹਾਣੀ ਉਹਨਾਂ ਲਈ ਪਰਮੇਸ਼ਵਰ ਦੇ ਵਾਅਦੇ ਕਿਵੇਂ ਪੂਰੇ ਕਰਦੀ ਹੈ? ਖੈਰ, ਪੌਲੁਸ ਨੇ 9ਵੇਂ ਅਧਿਆਇ ਵਿੱਚ ਆਪਣੇ ਸਾਥੀ ਇਸਰਾਏਲੀਆਂ ਨਾਲ ਆਪਣਾ ਦੁਖਾਂਤ ਸ਼ੁਰੂ ਕੀਤਾ, ਜੋ ਇਹ ਨਹੀਂ ਮੰਨਦੇ ਕਿ ਯਿਸੂ ਉਹਨਾਂ ਦਾ ਮਸੀਹ ਹੈ, ਅਤੇ ਉਸ ਨੂੰ ਪੁਰਾਣੇ ਨੇਮ ਦੀ ਕਹਾਣੀ ਤੋਂ ਇਸਰਾਏਲ ਬਾਰੇ ਸੋਚਣ ਲਈ ਪ੍ਰੇਰਿਤ ਕਰਦਾ ਹੈ। ਉਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਿਰਫ ਇੱਕ ਜਾਤੀਗਤ ਇਸਰਾਏਲੀ ਹੋਣ ਕਰਕੇ ਅਬਰਾਹਮ ਦੀ ਸਰੀਰਕ ਸੰਤਾਨ ਹੋਣਾ ਕਦੇ ਵੀ ਕਿਸੇ ਨੂੰ ਆਪਣੇ ਆਪ ਨੂੰ ਨੇਮ ਦੇ ਪਰਿਵਾਰ ਦਾ ਇੱਕ ਵਫਾਦਾਰ ਮੈਂਬਰ ਨਹੀਂ ਬਣਾਉਂਦਾ। ਪੌਲੁਸ ਸਾਨੂੰ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਵਾਅਦਾ ਕੀਤੇ ਹੋਏ ਅੰਸ਼ ਨੂੰ ਅੱਗੇ ਚਲਾਉਣ ਲਈ ਪਰਮੇਸ਼ਵਰ ਨੇ ਅਬਰਾਹਮ ਦੇ ਪਰਿਵਾਰ ਵਿੱਚੋਂ ਹਮੇਸ਼ਾ ਕੁਝ ਲੋਕਾਂ ਨੂੰ ਚੁਣਿਆ, ਅਤੇ ਉਹ ਦੱਸਣਾ ਚਾਹੁੰਦਾ ਹੈ ਕਿ ਹੁਣ ਵਾਅਦਾ ਕੀਤੀ ਅੰਸ਼ ਉਹਨਾਂ ਲੋਕਾਂ ਦੁਆਰਾ ਜਾਰੀ ਹੈ ਜੋ ਯਿਸੂ ਦੇ ਮਗਰ ਚੱਲਦੇ ਹਨ। ਉਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਲੰਮੇ ਸਮੇਂ ਤੋਂ ਅਬਰਾਹਮ ਦੇ ਪਰਿਵਾਰ ਦੇ ਅੰਦਰ ਅਤੇ ਬਾਹਰਲੇ ਲੋਕਾਂ ਨੇ ਪਰਮੇਸ਼ਵਰ ਦੀ ਇੱਛਾ ਨੂੰ ਠੁਕਰਾ ਦਿੱਤਾ ਹੈ। ਉਹ ਸਾਨੂੰ ਇਸਰਾਏਲ ਅਤੇ ਸੋਨੇ ਦੇ ਵੱਛੇ ਦੀ ਕਹਾਣੀ ਅਤੇ ਫਿਰੌਨ ਦੀ ਬਗਾਵਤ ਯਾਦ ਦਿਵਾਉਂਦਾ ਹੈ। ਉਹ ਸਾਨੂੰ ਦਰਸਾਉਂਦਾ ਹੈ ਕਿ ਕਿਵੇਂ ਪਰਮੇਸ਼ਵਰ ਘਟਨਾਵਾਂ ਦਾ ਸੰਚਾਲਨ ਕਰਨ ਦੇ ਯੋਗ ਸੀ ਤਾਂ ਕਿ ਲੋਕਾਂ ਦੁਆਰਾ ਉਸ ਨੂੰ ਠੁਕਰਾਉਣਾ ਅਸਲ ਵਿੱਚ ਉਸ ਦੇ ਛੁਟਕਾਰੇ ਦੇ ਉਦੇਸ਼ਾਂ ਨੂੰ ਪੂਰਾ ਕਰ ਸਕੇ। ਅਤੇ ਇਸ ਤਰ੍ਹਾਂ 10ਵੇਂ ਅਧਿਆਇ ਵਿੱਚ ਪੌਲੁਸ ਨੇ ਆਪਣਾ ਧਿਆਨ ਮੌਜੂਦਾ ਸਮੇਂ ਵਿੱਚ ਇਸਰਾਏਲ ਵੱਲ ਮੋੜਿਆ। ਬਹੁਤ ਸਾਰੇ ਇਸਰਾਏਲੀਆਂ ਵੱਲੋਂ ਯਿਸੂ ਨੂੰ ਠੁਕਰਾਉਣ ਦਾ ਕਾਰਨ ਇਹ ਹੈ ਕਿ ਉਹ ਪਰਮੇਸ਼ਵਰ ਨਾਲ ਆਪਣੇ ਨੇਮ ਸੰਬੰਧਾਂ ਨੂੰ ਤੁਰੇਤ ਵਿੱਚ ਦਿੱਤੇ ਆਦੇਸ਼ਾਂ ਦੇ ਪ੍ਰਦਰਸ਼ਨ ਤੇ ਆਧਾਰਿਤ ਕਰ ਰਹੇ ਸਨ। ਇਸ ਲਈ ਅਫਸੋਸ ਦੀ ਗੱਲ ਹੈ ਕਿ ਉਹ ਵਿਸ਼ਵਾਸ ਨਹੀਂ ਕਰਦੇ ਕਿ ਪਰਮੇਸ਼ਵਰ ਨੇ ਯਿਸੂ ਦੁਆਰਾ ਨਿਸ਼ਚਾ ਦੇ ਆਧਾਰ ਤੇ ਇੱਕ ਨਵੇਂ ਨੇਮ ਦਾ ਪਰਿਵਾਰ ਬਣਾਉਣ ਲਈ ਕੀ ਕੀਤਾ ਹੈ। ਅਤੇ ਇਸ ਲਈ ਪੌਲੁਸ ਨੇ 11ਵੇਂ ਅਧਿਆਇ ਵਿੱਚ ਪੁੱਛਿਆ, ਇਸਰਾਏਲ ਦਾ ਭਵਿੱਖ ਕੀ ਹੈ? ਕਿ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਮਿਟਾ ਦਿੱਤਾ ਹੈ? ਉਹ ਆਖਦਾ ਹੈ ਕਿ ਨਹੀਂ। ਉਸ ਦੀ ਤਰ੍ਹਾਂ ਬਹੁਤ ਸਾਰੇ ਯਹੂਦੀ ਲੋਕ ਅਜਿਹੇ ਹਨ ਜੋ ਯਿਸੂ ਨੂੰ ਆਪਣਾ ਮਸੀਹ ਮੰਨਦੇ ਹਨ, ਪਰ ਬਹੁਤ ਸਾਰੇ ਅਜਿਹੇ ਵੀ ਹਨ ਜੋ ਨਹੀਂ ਮੰਨਦੇ, ਪਰ ਪਰਮੇਸ਼ਵਰ ਉਹਨਾਂ ਦੁਆਰਾ ਰੱਦ ਕੀਤੇ ਜਾਣ ਨੂੰ ਆਪਣੇ ਉਦੇਸ਼ਾਂ ਲਈ ਵਰਤ ਸਕਦਾ ਹੈ। ਇਸ ਨਾਲ ਖੁਸ਼ਖਬਰੀ ਦਾ ਪ੍ਰਸਾਰ ਸੰਸਾਰ ਵਿੱਚ ਵਧੇਰੇ ਤੇਜ਼ੀ ਅਤੇ ਦੂਰ ਤੱਕ ਹੋਇਆ, ਜਿਸ ਨਾਲ ਅਬਰਾਹਮ ਦੇ ਪਰਿਵਾਰ ਨੂੰ ਹੋਰ ਵਿਸ਼ਾਲ ਅਤੇ ਬਹੁਜਾਤੀ ਬਣਾਇਆ ਗਿਆ ਹੈ। ਪੌਲੁਸ ਪਰਮੇਸ਼ਵਰ ਦੇ ਨੇਮ ਦੇ ਪਰਿਵਾਰ ਨੂੰ ਯਤੂਨ ਦੇ ਵੱਡੇ ਦਰਖਤ ਵਜੋਂ ਦੱਸਦਾ ਹੈ। ਯਿਸੂ ਨੂੰ ਰੱਦ ਕਰਨ ਵਾਲਿਆਂ ਨੂੰ ਅਲੱਗ ਕੀਤਾ ਗਿਆ ਅਤੇ ਗੈਰਾਂ ਕੌਮਾਂ ਨੂੰ ਜੋ ਜੰਗਲੀ ਟਹਿਣੀ ਦੀ ਤਰ੍ਹਾਂ ਸਨ, ਜਿਨ੍ਹਾਂ ਨੂੰ ਪਿਉਂਦ ਕਰਕੇ ਪਰਿਵਾਰਕ ਰੁੱਖ ਵਿੱਚ ਲਗਾਇਆ ਗਿਆ ਹੈ। ਹਾਲਾਂਕਿ ਪੌਲੁਸ ਆਖਦਾ ਹੈ, ਇੱਕ ਦਿਨ ਯਿਸੂ ਨੂੰ ਉਸ ਦੇ ਆਪਣੇ ਲੋਕਾਂ ਦੁਆਰਾ ਕਬੂਲ ਕੀਤਾ ਜਾਵੇਗਾ। ਉਹ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੰਦਾ। ਪੌਲੁਸ ਨੇ ਸਿਰਫ ਪਰਮੇਸ਼ਵਰ ਦੇ ਚਰਿੱਤਰ ਅਤੇ ਵਾਅਦੇ ਤੇ ਭਰੋਸਾ ਕੀਤਾ ਕਿ ਉਹ ਆਪਣੇ ਨੇਮ ਦੇ ਲੋਕਾਂ ਨੂੰ ਨਹੀਂ ਛੱਡੇਗਾ। ਅਧਿਆਇ 12 ਤੋਂ 16 ਤੱਕ ਜੋ ਕਿਤਾਬ ਦੇ ਅੰਤਮ ਭਾਗ ਵਿੱਚ ਬਦਲਦਾ ਹੈ। ਪਰ ਵੱਡੀ ਤਸਵੀਰ ਯਾਦ ਰੱਖੋ, ਯਿਸੂ ਵਿੱਚ ਉਹਨਾਂ ਦੀ ਨਿਸ਼ਚਾ ਦੇ ਕਾਰਨ ਯਹੂਦੀ ਅਤੇ ਗੈਰ ਕੌਮਾਂ ਮਿਲ ਕੇ ਹੁਣ ਅਬਰਾਹਮ ਦਾ ਪਰਿਵਾਰ ਹਨ। ਉਹ ਨਵੀਂ ਮਨੁੱਖਤਾ ਜਿਹੜੀ ਪਰਮੇਸ਼ਵਰ ਦੀ ਆਤਮਾ ਦੁਆਰਾ ਬਦਲ ਰਹੀ ਹੈ, ਅਤੇ ਇਸ ਤਰ੍ਹਾਂ ਪਰਮੇਸ਼ਵਰ ਆਪਣੇ ਪੁਰਾਣੇ ਵਾਅਦੇ ਪੂਰੇ ਕਰ ਰਿਹਾ ਹੈ। ਇਸ ਲਈ ਇਹਨਾਂ ਯਹੂਦੀਆਂ ਅਤੇ ਗੈਰ ਯਹੂਦੀ ਮਸੀਹੀਆਂ ਨੂੰ ਕਲੀਸਿਆ ਵਜੋਂ ਏਕਤਾ ਵਿੱਚ ਲਿਆਉਣ ਲਈ ਇੱਕੋ ਇੱਕ ਉਚਿਤ ਜਵਾਬ ਹੈ। ਅਧਿਆਇ 12 ਤੋਂ 13 ਵਿੱਚ ਉਹ ਦਰਸਾਉਂਦਾ ਹੈ ਕਿ ਇਹ ਏਕਤਾ ਇੱਕ ਦੂਜੇ ਨੂੰ ਪਿਆਰ ਕਰਨ ਅਤੇ ਮਾਫ਼ ਕਰਨ ਦੀ ਵਚਨਬੱਧਤਾ ਦੁਆਰਾ ਆਵੇਗੀ। ਪਿਆਰ ਕਲੀਸਿਆ ਵਿੱਚ ਇੱਕ ਦੂਜੇ ਦੀ ਸੇਵਾ ਕਰਨ ਲਈ ਹਰ ਕੋਈ ਆਪਣੀਆਂ ਭਿੰਨ-ਭਿੰਨ ਦਾਤਾਂ ਅਤੇ ਗੁਣਾਂ ਦੀ ਵਰਤੋਂ ਕਰਦਾ ਹੋਇਆ ਦਿਖਾਈ ਦੇਵੇਗਾ, ਅਤੇ ਇਸ ਦਾ ਅਰਥ ਨਿਮਰਤਾ ਅਤੇ ਮਾਫ਼ੀ ਵੀ ਹੋਵੇਗਾ। ਜਦੋਂ ਇਹ ਵੱਖਰੇ ਜਾਤੀ ਸਮੂਹ ਅਤੇ ਸੱਭਿਆਚਾਰ ਯਿਸੂ ਵਿੱਚ ਇਕੱਠੇ ਹੁੰਦੇ ਹਨ, ਵਿਵਾਦ ਅਟੱਲ ਹੁੰਦਾ ਹੈ ਅਤੇ ਇਸ ਨੂੰ ਮਾਫ਼ੀ ਅਤੇ ਮੇਲ ਮਿਲਾਪ ਦੁਆਰਾ ਹੀ ਕਾਬੂ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਉਹ ਸਭ ਤੋਂ ਵੱਡੇ ਗੁਣ ਪਿਆਰ ਨੂੰ ਦਰਸਾਉਣਗੇ ਜੋ ਤੁਰੇਤ ਦੇ ਸਭ ਤੋਂ ਵੱਡੇ ਆਦੇਸ਼ਾਂ ਨੂੰ ਪੂਰਾ ਕਰਦਾ ਹੈ, ਪਰਮੇਸ਼ਵਰ ਨੂੰ ਪਿਆਰ ਕਰਨਾ ਅਤੇ ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ। ਅਧਿਆਇ 14 ਤੋਂ 15 ਵਿੱਚ ਉਹ ਵਿਸ਼ੇਸ਼ ਤੌਰ ਤੇ ਉਹਨਾਂ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਦਾ ਹੈ ਜੋ ਰੋਮੀ ਕਲੀਸਿਆ ਵਿੱਚ ਜਾਤੀ ਫੁੱਟ ਪੈਦਾ ਕਰ ਰਹੇ ਹਨ। ਇਹ ਯਹੂਦੀ ਭੋਜਨ ਵਿਧੀਆਂ ਅਤੇ ਸਬਤ ਦੇ ਬਾਰੇ ਵਿਵਾਦ ਹਨ, ਅਤੇ ਪੌਲੁਸ ਕਹਿੰਦਾ ਹੈ ਇਹ ਪ੍ਰਥਾਵਾਂ ਪਰਿਭਾਸ਼ਿਤ ਨਹੀਂ ਕਰਦੀਆਂ ਕਿ ਕੌਣ ਯਿਸੂ ਦੇ ਪਰਿਵਾਰ ਵਿੱਚ ਹੈ ਜਾਂ ਕੌਣ ਬਾਹਰ ਹੈ। ਅਤੇ ਜੇ ਲੋਕ ਇਹਨਾਂ ਸੱਭਿਆਚਾਰਕ ਤੌਰ ਤੇ ਮਹੱਤਵਪੂਰਨ ਪਰ ਗੈਰ ਜ਼ਰੂਰੀ ਮੁੱਦਿਆਂ ਤੋਂ ਵੱਖ ਹਨ, ਤਾਂ ਉਹਨਾਂ ਨੂੰ ਇਹ ਸਿੱਖਣ ਦੀ ਜ਼ਰੂਰਤ ਹੈ ਕਿ ਇੱਕ ਦੂਜੇ ਦੇ ਅੰਤਰ ਨੂੰ ਕਿਵੇਂ ਸਤਿਕਾਰ ਕਰਨਾ ਹੈ, ਅਤੇ ਇਹ ਇਸ ਤਰ੍ਹਾਂ ਹੈ ਕਿ ਪਿਆਰ ਯਿਸੂ ਦੇ ਪਰਿਵਾਰ ਨੂੰ ਚੰਗਿਆ ਕਰੇਗਾ ਅਤੇ ਏਕਤਾ ਦੇਵੇਗਾ। ਪੌਲੁਸ ਪੱਤਰੀ ਦਾ ਸਮਾਪਨ ਕਰਦਿਆਂ ਫੀਬੀ ਦੀ ਸ਼ਲਾਘਾ ਕਰਦਾ ਹੈ।
ਜੋ ਕਾਂਕਰਿਆ ਦੀ ਕਲੀਸਿਆ ਦੀ ਮੁੱਖ ਸੇਵਿਕਾ ਹੈ। ਉਸ ਨੂੰ ਇਹ ਮਾਣ ਮਿਲਿਆ। ਸ਼ਾਇਦ ਉਸ ਨੇ ਇਹ ਪੱਤਰੀ ਪਹਿਲੀ ਵਾਰ ਰੋਮੀ ਕਲੀਸਿਆਵਾਂ ਵਿੱਚ ਉੱਚੀ ਆਵਾਜ਼ ਵਿੱਚ ਪੜ੍ਹੀ ਹੋਵੇ। ਫਿਰ ਪੌਲੁਸ ਨੇ ਸਾਰੇ ਲੋਕਾਂ ਨੂੰ ਨਮਸਕਾਰ ਕਰਦਿਆਂ ਆਖਿਆ ਕਿ ਉਸ ਨੇ ਉਹਨਾਂ ਨੂੰ ਲੰਮੇ ਸਮੇਂ ਤੋਂ ਨਹੀਂ ਦੇਖਿਆ ਅਤੇ ਇਹ ਅੰਤਮ ਭਾਗ ਹੈ। ਵਾਹ! ਤੁਸੀਂ ਹੁਣ ਇਹ ਬਿਹਤਰ ਵੇਖ ਸਕਦੇ ਹੋ ਕਿ ਇਸ ਪੱਤਰੀ ਦੇ ਸਾਰੇ ਭਾਗ ਕਿਵੇਂ ਇਕੱਠੇ ਢੁਕਵੇਂ ਬੈਠਦੇ ਹਨ ਅਤੇ ਵਿਖਾ ਸਕਦੇ ਹਨ ਕਿ ਇਹ ਅਸਲ ਵਿੱਚ ਇਹ ਕਿੰਨੀ ਡੂੰਘੀ ਰਚਨਾ ਹੈ। ਰੋਮੀਆਂ ਨੂੰ ਪੱਤਰੀ ਇਸੇ ਸਭ ਦੇ ਬਾਰੇ ਹੈ।